ਬਹੁਤ ਚਰਚਿਤ ਬੌਕ ਕਰੋੜੀ ਡਰੱਗ ਰੈਕਟ ਮਾਮਲੇ ਦੇ ਵਿੱਚ ਅੱਜ ਇੱਕ ਵਾਰ ਫਿਰ ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਵੱਡੀ ਕਾਰਵਾਈ ਹੋਣ ਵਾਲੀ ਹੈ। ਬੀਤੇ ਦਿਨ ਕਾਰਵਾਈ ਹੋਈ ਸੀ, ਜਿਸ ਤੋਂ ਬਾਅਦ ਲਗਾਤਾਰ ਕਿਆਸਾਂ ਲਗਾਈਆਂ ਜਾ ਰਹੀਆਂ ਸਨ ਕਿ ਅੱਜ ਐਸਟੀਐਫ ਦੀ ਸੀਲਬੰਦ ਰਿਪੋਰਟ ਨੂੰ ਖੋਲਿਆ ਜਾ ਸਕਦਾ ਹੈ। ਸਿਆਸੀ ਆਗੂਆਂ ਦੇ ਨਾਮ ਨਸ਼ਰ ਕੀਤੇ ਜਾ ਸਕਦੇ ਨੇ, ਕਿਉਂਕਿ ਡਰੱਗ ਰੈਕਟ ਮਾਮਲੇ ਦੇ ਵਿੱਚ ਇਹ ਲਗਾਤਾਰ ਕਿਆਸਾਂ ਸ਼ੰਕੇ ਜ਼ਾਹਿਰ ਕੀਤੇ ਜਾ ਰਹੇ ਨੇ ਅਤੇ ਇਹ ਸਬੂਤ ਵੀ ਜੋ ਜਿਹੜੇ ਗਵਾਹ ਨੇ ਉਹਨਾਂ ਦੁਆਰਾ ਜਗਦੀਪ ਭੋਲਾ ਦੁਆਰਾ ਕਈ ਜਿਹੜੇ ਸਿਆਸੀ ਆਗੂਆਂ ਦੇ ਨਾਮ ਦੱਸੇ ਗਏ ਨੇ। ਇਸ ਤਰ੍ਹਾਂ ਦੀਆਂ ਗੱਲਬਾਤਾਂ ਜਿਹੜੀਆਂ ਸਾਹਮਣੇ ਆਈਆਂ ਨੇ, ਜਿਸ ਤੋਂ ਬਾਅਦ ਇਹ ਵੱਡੇ ਤੌਰ ਤੇ ਸਵਾਲ ਉੱਠਦਾ ਕਿ ਸਿਆਸੀ ਆਗੂਆਂ ਦੇ ਨਾਮ ਜਿਹੜੇ ਸ਼ਾਮਲ ਨੇ, ਜੇਕਰ ਉਹ ਸਾਹਮਣੇ ਆਉਂਦੇ ਨੇ ਤਾਂ ਸਿਆਸਤ ਦੇ ਵਿੱਚ ਅਤੇ ਪੰਜਾਬ ਦੇ ਵਿੱਚ ਵੱਡੀ ਹਲਚਲ ਮਚ ਸਕਦੀ ਹੈ। ਸੋ ਅੱਜ ਕਾਰਵਾਈ ਹੋ ਰਹੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ। ਸਾਰੀਆਂ ਤਰ੍ਹਾਂ ਦੇ ਵਕੀਲ ਪਹੁੰਚ ਚੁੱਕੇ ਨੇ, ਪੰਜਾਬ ਸਰਕਾਰ ਵੱਲੋਂ, ਭਾਰਤ ਸਰਕਾਰ ਵੱਲੋਂ, ਇਸ ਤੋਂ ਇਲਾਵਾ ਜਿਹੜੇ ਨਵਕਿਰਨ ਐਡਵੋਕੇਟ ਨਵਕਿਰਨ ਵੱਲੋਂ, ਜਿਨ੍ਹਾਂ ਵੱਲੋਂ ਮਾਮਲਾ ਉਠਾਇਆ ਗਿਆ ਸੀ, ਜਿਨ੍ਹਾਂ ਵੱਲੋਂ ਅਦਾਲਤ ਦੇ ਵਿੱਚ ਇਹ ਗੱਲ ਆਖੀ ਗਈ ਸੀ ਕਿ ਜਲਦੀ ਇਸ ਮਾਮਲੇ ਦੀ ਕਾਰਵਾਈ ਕੀਤੀ ਜਾਵੇ, ਉਹਨਾਂ ਦੇ ਵਕੀਲ ਅਤੇ ਸ਼ਸ਼ੀਕਾਂਤ ਡੀਜੀਪੀ ਸ਼ਸ਼ੀਕਾਂਤ ਦੇ ਵਕੀਲ ਵੀ ਪਹੁੰਚ ਚੁੱਕੇ ਨੇ। ਇਹੀ ਗੱਲਬਾਤ ਆਖੀ ਗਈ ਕਿ 2 ਵਜੇ ਇਹ ਕਾਰਵਾਈ शुरू होनी सी। फिलहाल ये कार्रवाई शुरू हो चुकी है, जिस तो बाद लगातार क्यास रही वज रही ने कि मामले दे विच अदालत वालों की सुनवाई की जाती है जां मामला किस तरह अगे वधदा है। उस तो बाद ड्रग रैकेट मामले के तार किस दे नाल जुड़ते हैं, ये वड्डे तौर पर सवाल ने। सो मौजूदा हालात किस तरह के ने उसनूं जानन दे लई असीं आपां चंडीगढ़ तो मनदीप सिंह दे नाल जुड़दे हां ते मौजूदा हालात जानदे हां कि वकीलां वालों की गलबात आखी गई है, अदालत दे विच किस तरह का माहौल है ते की लगदा है कि अदालत दे विच किस तरह की सुनवाई हो सकती है। देख रहे हो कि पंजाब हरियाणा हाई कोर्ट ਦੇ वकील पहुंच चुके ने सारी तरह ਦੇ पक्षां ਦੇ वकील ਉੱਥੇ ਪਹੁੰਚੇ ਨੇ। ਸਭ ਤੋਂ ਪਹਿਲਾਂ ਤੇ ਦੱਸੋ ਕਿ ਉਹਨਾਂ ਵੱਲੋਂ ਕੀ ਗੱਲ ਆਖੀ ਗਈ ਕਿ ਕਾਰਵਾਈ ਹੋਈ ਸੀ, ਬੀਤੇ ਕੱਲ ਵੀ ਕਾਰਵਾਈ ਹੋਈ ਸੀ, ਪਰ ਅੱਜ ਕਾਰਵਾਈ ਦੇ ਵਿੱਚ ਕੀ ਕੁਝ ਨਿਕਲ ਕੇ ਆ ਸਕਦਾ ਹੈ, ਕੀ ਗੱਲਬਾਤ ਦੇ ਵਿੱਚ ਕੀ ਕੁਝ ਸਾਹਮਣੇ ਆਇਆ? देखो, सब तो पहला तो गल दस दी कि कल की कार्रवाई हुई सी। कल जिहड़ी कार्रवाई हुई सी ਉਹਦੇ ਵਿੱਚ पंजाब ਦੇ ਜਿਹੜੇ AG ਸੀਗੇ APS ਦਿਓਲ और खास तौर ਦੇ ਉੱਤੇ ਜਿਹੜੇ ਪਟੀਸ਼ਨ ਕਰਤਾ ਸੀਗੇ ਐਡਵੋਕੇਟ ਨਵਕਿਰਨ ਸਿੰਘ, ਉਹਨਾਂ ਨੇ ਮੰਗ ਕੀਤੀ ਸੀ ਕਿ ਜਿਹੜੀ STF ਦੀ ਜਿਹੜੀ ਰਿਪੋਰਟ ਹੈਗੀ ਹੈ, ਜਿਹਨੂੰ ਹੈਡ ਕੀਤਾ ਸੀਗਾ HS ਸਿੱਧੂ ਨੇ ਉਸ ਵੇਲੇ ਦੇ DGP ਨੇ, ਤਾਂ ਉਹ ਜਿਹੜੀ ਰਿਪੋਰਟ ਹੈਗੀ ਹੈ ਜਨਤਕ ਹੋਣੀ ਚਾਹੀਦੀ ਹੈ। ਤੇ ਨਾਲ ਦੀ ਨਾਲ ਇੱਕ ਹੋਰ ਰਿਪੋਰਟ ਜਿਹਦਾ ਜ਼ਿਕਰ ਪਹਿਲਾਂ ਨਹੀਂ ਖਬਰਾਂ ਦੇ ਵਿੱਚ ਵੀ ਹੋ ਰਿਹਾ ਸੀਗਾ, ਉਹ ਰਿਪੋਰਟ ਹੈਗੀ ਹੈ, ਉਹ ਹੈਗੀ ਹੈ SIT ਦੀ ਰਿਪੋਰਟ, ਜਿਸ ਨੂੰ ਕਿ ਉਸ ਵੇਲੇ ਦੇ DGP ਹਿਊਮਨ ਰਿਸੋਰਸ ਡਿਵੈਲਪਮੈਂਟ ਦੇ ਸਿਧਾਰਥ ਚੱਟੋਪਾਧਿਆਏ ਨੇ ਹੈਡ ਕੀਤਾ ਸੀਗਾ। ਕਿਉਂਕਿ ਜਿਹੜੀ SIT ਹੈਗੀ ਆ, ਅਸਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਜਿਹੜੀ SIT ਹੈਗੀ ਹੈ, ਇਸ ਨੇ ਅਖੀਰ ਦੇ ਵਿੱਚ ਇਹਨਾਂ ਸਾਰੀਆਂ ਜਿਹੜੀਆਂ ਪਹਿਲਾਂ ਰਿਪੋਰਟਾਂ ਆਈਆਂ, ਜਿਹਦੀ ਅਸੀਂ ਗੱਲ ਕਰ ਦਿੱਤਾ STF ਦੀ ਰਿਪੋਰਟ ਵੀ ਹੈਗੀ ਹੈ, ਜਿਹਨੂੰ HS ਸਿੱਧੂ ਨੇ ਹੈਡ ਕੀਤਾ ਸੀਗਾ। ਉਹਦੇ ਵਿੱਚ ਐਨਫੋਰਸਮੈਂਟ ਡਾਇਰੈਕਟੋਰੇਟ ਉਸ ਵੇਲੇ ਦੇ ਅਸਿਸਟੈਂਟ ਡਾਇਰੈਕਟਰ ਨਿਰੰਜਨ ਸਿੰਘ ਨੇ ਹੈਡ ਕੀਤਾ ਸੀ, ਤਾਂ ਐਨਫੋਰਸਮੈਂਟ ਡਾਇਰੈਕਟੋਰੇਟ ਉਹਨਾਂ ਦੀ ਇੱਕ ਰਿਪੋਰਟ ਹੈਗੀ ਹੈ। ਤੇ ਤੀਜੀ ਇੱਕ ਹੋਰ ਰਿਪੋਰਟ ਹੈਗੀ ਹੈ ਜਿਹੜੀ ਐਡੀਸ਼ਨਲ ਚੀਫ ਸੈਕਟਰੀ ਆਫ ਹੋਮ ਡਿਪਾਰਟਮੈਂਟ ਪੰਜਾਬ ਦੇ ਉਹਨਾਂ ਨੇ ਜਿਹੜਾ ਹੈਗੀ ਆਪਣੀ ਰਿਪੋਰਟ ਵੀ ਸੌਂਪੀ ਸੀਗੀ। ਸੋ ਇਹਦੇ ਵਿੱਚ ਜਦੋਂ ਇੰਟੈਰੋਗੇਸ਼ਨ ਹੁੰਦੀ ਹੈਗੀ ਹੈ, ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ, ਖਾਸ ਤੌਰ ਦੇ ਉੱਤੇ ਜਿਵੇਂ ਨਾਂ ਵੀ ਲੈ ਲਾਂ ਕਿ ਜਗਜੀਤ ਸਿੰਘ ਚਾਹਲ ਤੋਂ ਜਦੋਂ ਹੁੰਦੀ ਹੈ ਇਨਵੈਸਟੀਗੇਸ਼ਨ, ਜਗਦੀਸ਼ ਭੋਲਾ ਦੇ ਨਾਲ ਹੁੰਦੀ ਹੈ, ਮਨਜਿੰਦਰ ਔਲਖ ਦੇ ਨਾਲ ਹੁੰਦੀ ਹੈ, ਤਾਂ ਪਹਿਲਾਂ ਵੀ ਇਹ ਬਹੁਤ ਚਰਚਿਤ ਕੇਸ ਰਿਹਾ ਹੈਗਾ। ਤਾਂ ਇਸ ਕੇਸ ਨੂੰ ਖਾਸ ਤੌਰ ਦੇ ਉੱਤੇ ਪਹਿਲਾਂ ਜਿਹੜਾ ਨਾਂ ਵੀ ਦਿੱਤਾ ਜਾਂਦਾ ਸੀਗਾ ਉਹ ਜਗਦੀਸ਼ ਭੋਲਾ ਡਰੱਗ ਮਾਮਲਾ ਕਿਹਾ ਜਾਂਦਾ ਸੀਗਾ, ਡਰੱਗ ਰੈਕਟ ਕੇਸ ਕਿਹਾ ਜਾਂਦਾ ਸੀਗਾ। ਤਾਂ ਉਹਨਾਂ ਨੇ ਆਪਣੀ ਛਾਨਬੀਨ ਦੇ ਵਿੱਚ ਇਹ ਬਿਆਨ ਕਬੂਲੇ ਸੀਗੇ ਕਿ ਇਹਦੇ ਵਿੱਚ ਜਿਹੜੇ ਵੱਡੇ ਸਿਆਸੀ ਆਗੂ ਨੇ ਉਹਨਾਂ ਦੀ ਸ਼ਹਿਰ ਦੇ ਉੱਤੇ ਔਰ ਉਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਸਾਰਾ ਜਿਹੜਾ ਕਾਰੋਬਾਰ ਹੈਗਾ, ਇਹ ਗੋਰਖ ਧੰਦਾ ਹੈਗਾ, ਇਹ ਚੱਲ ਰਿਹਾ ਹੈਗਾ, ਜਿਹਨੇ ਪੰਜਾਬ ਦੇ ਵਿੱਚ ਮਾਵਾਂ ਦੇ ਜਿਹੜੇ ਪੁੱਤ ਨੇ ਉਹ ਖੋਹ ਲਏ ਹੈਗੇ ਆ। ਤਾਂ ਹੁਣ ਜਿਸ ਤਰੀਕੇ ਨਾਲ ਤੁਸੀਂ ਵੀ ਜਾਣਦੇ ਹੈਗੇ ਆ ਕਿ ਸਿਆਸੀ ਤੌਰ ਦੇ ਉੱਤੇ ਵੀ ਜੇ ਅਸੀਂ ਗੱਲ ਕਰ ਲਈਏ, ਚੀਫ ਮਿਨਿਸਟਰ ਦੀ ਗੱਲ ਕਰ ਲਈਏ ਅਮਰਿੰਦਰ ਸਿੰਘ, ਤਾਂ ਅਮਰਿੰਦਰ ਸਿੰਘ ਨੂੰ ਆਪਣੀ ਕੁਰਸੀ ਛੱਡਣੀ ਪਈ ਸੀਗੀ। ਜਿਹਨਾਂ ਮੁੱਦਿਆਂ ਨੂੰ ਲੈ ਕੇ ਕੁਰਸੀ ਛੱਡੀ, ਉਹਦੇ ਵਿੱਚ ਇੱਕ ਅਹਿਮ ਮੁੱਦਾ ਇਹ ਮੁੱਦਾ ਹੈਗਾ, ਡਰੱਗ ਕੇਸ ਦਾ ਮੁੱਦਾ ਹੈਗਾ। ਇਹ ਜਿਹੜੀ ਰਿਪੋਰਟਾਂ ਨੇ ਅਸਲ ਦੇ ਵਿੱਚ, ਕਿਉਂਕਿ ਵਿੱਚ ਕੋਵਿਡ ਦਾ ਵੀ ਸਮਾਂ ਆ ਗਿਆ ਸੀਗਾ, ਤਾਂ ਕਾਨੂੰਨੀ ਪ੍ਰਕਿਰਿਆ ਜਿਹੜੀ ਹੈਗੀ ਆ ਉਹਦੇ ਉੱਤੇ ਵੀ ਇਹਦਾ ਬਹੁਤ ਵੱਡਾ ਅਸਰ ਪਿਆ। 23 ਮਈ 2018 ਤੋਂ ਜਗਦੀਪ ਭੋਲਾ ਦਾ ਨਾਮ ਲਿਆ, ਉਹਨਾਂ ਵੱਲੋਂ ਕਈ ਸਿਆਸੀ ਆਗੂਆਂ ਦੇ ਨਾਮ ਇਹ ਆਖਿਆ ਜਾਂਦਾ ਹੈ ਕਿ ਜੋ ਰਿਪੋਰਟ ਹੈ, ਜੋ ਸਬੰਧ ਹੈ, ਉਸਦੇ ਵਿੱਚ ਜਗਦੀਪ ਭੋਲਾ ਵੱਲੋਂ ਕਈ ਸਿਆਸੀ ਆਗੂਆਂ ਦੇ ਨਾਮ ਸਾਹਮਣੇ ਲਿਆਂਦੇ ਗਏ ਨੇ। ਵੱਡੇ ਤੌਰ ਤੇ ਸਿੱਧੂ ਵੱਲੋਂ ਬੀਤੇ ਦਿਨ ਹੀ ਅਕਾਲੀ ਦਲ ਦੇ ਮਜੀਠੀਆ ਦੇ ਉੱਤੇ ਵਾਰ ਕੀਤਾ ਗਿਆ ਸੀ, ਪਹਿਲਾਂ ਵੀ ਅਕਾਲੀ ਦਲ ਤੇ ਨਿਸ਼ਾਨੇ ਲੱਗਦੇ ਨੇ। ਤਾਂ ਕੀ ਲੱਗਦਾ ਕਿ ਸਿਆਸੀ ਆਗੂਆਂ ਦੇ ਨਾਮ ਸਾਹਮਣੇ ਆ ਸਕਦੇ ਨੇ? ਬਿਲਕੁਲ। ਦੇਖੋ, ਜਿਸ ਤਰੀਕੇ ਦੇ ਨਾਲ ਦੇਖੋ ਹਲੇ ਇਸ ਰਿਪੋਰਟ ਦੇ ਵਿੱਚ ਕੀ ਹੈ, ਅਸਲ ਦੇ ਵਿੱਚ ਇਹ ਕਿਸੇ ਨੂੰ ਨਹੀਂ ਪਤਾ ਹੈਗਾ। ਜਿਨ੍ਹਾਂ ਨੇ ਇਹ ਰਿਪੋਰਟ ਵੇਖੀ ਹੈਗੀ ਹੈ ਜਾਂ ਜਿਨ੍ਹਾਂ ਨੇ ਇਹ ਰਿਪੋਰਟ ਹੁਣ ਤੱਕ ਬਣਾਈ ਹੈ, ਸਿਰਫ ਉਹੀ ਜਾਣਦੇ ਨੇ। ਲੇਕਿਨ ਜਿਸ ਤਰੀਕੇ ਦੇ ਨਾਲ ਦਾਅਵਾ ਕੀਤਾ ਜਾ ਰਿਹਾ ਹੈਗਾ, ਜਾਂ ਇੱਕ ਬਵਾਲ ਵੀ ਬਣਿਆ ਹੋਇਆ ਹੈਗਾ, ਔਰ ਜਿਸ ਤਰੀਕੇ ਦੇ ਨਾਲ
ਲੰਮਾ ਸਮਾਂ ਇਹ ਇਨਵੈਸਟੀਗੇਸ਼ਨ ਚੱਲੀ ਹੈ। ਦੇਖੋ 2013 ਤੋਂ ਇਹ ਇਨਵੈਸਟੀਗੇਸ਼ਨ ਸ਼ੁਰੂ ਹੋ ਜਾਂਦੀਆਂ ਨੇ, ਕਿਉਂਕਿ 2013 ਦੇ ਵਿੱਚ ਸਭ ਤੋਂ ਪਹਿਲਾਂ ਤਾਂ ਸ਼ਸ਼ੀਕਾਂਤ ਉਸ ਵੇਲੇ ਦੇ ਡੀਜੀਪੀ ਜੇਲ੍ਹ ਸੀਗੇ, ਉਹ ਇੱਕ ਲੈਟਰ ਦੇ ਰਾਹੀਂ ਸੂਚਿਤ ਕਰਦੇ ਹੈਗੇ ਆ ਹਾਈ ਕੋਰਟ ਨੂੰ, ਹਰਿਆਣਾ ਹਾਈ ਕੋਰਟ ਨੂੰ, ਕਿ ਇਸ ਤਰੀਕੇ ਦਾ ਇੱਕ ਕਾਰੋਬਾਰ ਚੱਲ ਰਿਹਾ ਜਿਹਦੇ ਵਿੱਚ ਨਾ ਸਿਰਫ ਪੰਜਾਬ ਦੇ ਵਿੱਚ ਤਸਕਰੀ ਹੋ ਰਹੀ ਹੈ, ਪੰਜਾਬ ਤੋਂ ਤਸਕਰੀ ਹੋ ਰਹੀ ਹੈ, ਭਾਰਤ ਤੋਂ ਤਸਕਰੀ ਹੋ ਰਹੀ ਹੈ ਬਾਹਰਲੇ ਦੇਸ਼ਾਂ ਨੂੰ, ਬਲਕਿ ਪੰਜਾਬ ਦੇ ਵਿੱਚ ਨਸ਼ਾ ਸਿੰਥੈਟਿਕ ਡਰੱਗ ਨੇ ਜਿਹੜਾ ਉਹਨਾਂ ਨੂੰ ਬਣਾਇਆ ਵੀ ਜਾ ਰਿਹਾ ਹੈਗਾ। ਤੋਂ ਉਸ ਤੋਂ ਬਾਅਦ ਸੋਮੋਟੋ ਨੋਟਿਸ ਲੈਂਦੇ ਹੋਏ ਇੱਕ ਟੀਮ ਦਾ ਵੀ ਗਠਨ ਹੁੰਦਾ ਜਿਹਦੇ ਵਿੱਚ ਧਿਰਾਂ ਵੀ ਬਣਾਈਆਂ ਜਾਂਦੀਆਂ ਨੇ। ਪੰਜਾਬ ਗਵਰਨਮੈਂਟ ਨੂੰ ਧਿਰ ਬਣਾਈ ਜਾਂਦਾ ਹੈਗਾ ਔਰ ਐਨਫੋਰਸਮੈਂਟ ਡਾਇਰੈਕਟੋਰੇਟ ਨੂੰ ਇੱਕ ਧਿਰ ਬਣਾਇਆ ਜਾਂਦਾ ਔਰ ਨਾਰਕੋਟਿਕਸ ਬਿਊਰੋ ਨੂੰ ਇੱਕ ਧਿਰ ਬਣਾਇਆ ਜਾਂਦਾ, ਕਿਉਂਕਿ ਇਹ ਜਿਹੜਾ ਮਾਮਲਾ ਹੈਗਾ ਇਹ ਨਾ ਸਿਰਫ ਭਾਰਤ ਦੇ ਨਾਲ ਜੁੜਿਆ ਹੋਇਆ ਬਲਕਿ ਜਦੋਂ ਇਨਵੈਸਟੀਗੇਸ਼ਨ ਹੁੰਦੀ ਹੈ, ਕਿਉਂਕਿ 2013 ਦੀ ਅਸੀਂ ਗੱਲ ਕਰ ਰਹੇ ਹਾਂ ਤਾਂ 2013 ਦੇ ਵਿੱਚ ਹੀ ਦਰਸ਼ਕਾਂ ਨੂੰ ਦੱਸ ਦਈਏ ਕਿ ਜਗਦੀਸ਼ ਭੋਲਾ ਨੂੰ ਅਰੈਸਟ ਕੀਤਾ ਗਿਆ ਸੀਗਾ ਸਿੰਥੈਟਿਕ ਡਰੱਗ ਕੇਸ ਦੇ ਮਾਮਲੇ ਦੇ ਵਿੱਚ, ਸਮਗਲਿੰਗ ਦੇ ਮਾਮਲੇ ਦੇ ਵਿੱਚ। ਤਾਂ 2013 ਦੇ ਵਿੱਚ ਹੀ ਪਟੀਸ਼ਨ ਪਾਈ ਜਾਂਦੀ ਹੈਗੀ ਹੈ ਸ਼ਸ਼ੀਕਾਂਤ ਉਸ ਵੇਲੇ ਦੇ ਡੀਜੀਪੀ ਵੱਲੋਂ। ਤਾਂ ਇਹ ਜਿਹੜਾ ਸਾਰਾ ਮਾਮਲਾ ਧਿਆਨ ਦੇ ਵਿੱਚ ਹਾਈ ਕੋਰਟ ਦੇ ਵੀ ਆ ਜਾਂਦਾ ਹੈਗਾ ਔਰ ਸੁਪਰੀਮ ਕੋਰਟ ਦੇ ਵੀ ਆ ਜਾਂਦਾ ਹੈਗਾ। ਤਾਂ ਇਸ ਸਾਰੇ ਮਾਮਲੇ ਨੂੰ ਲੈ ਕੇ, ਕਿਉਂਕਿ ਬਹੁਤ ਸਾਰੇ ਪੱਖ ਨੇ, ਬਹੁਤ ਸਾਰੇ ਕਹਿ ਲਓ ਕਿ ਇਨਵੈਸਟੀਗੇਸ਼ਨ ਏਜੰਸੀਆਂ ਨੇ ਇਹਦੇ ਵਿੱਚ ਕੰਮ ਕੀਤਾ। 2013 ਦੇ ਵਿੱਚ ਸੋ ਮੋਟੋ ਲਿਆ ਗਿਆ ਸੀ ਹਾਈ ਕੋਰਟ ਵੱਲੋਂ। ਸੋ ਜੇਕਰ ਜਿਵੇਂ ਤੁਸੀਂ ਹੁਣ ਜ਼ਿਕਰ ਕੀਤਾ ਹੈ ਕਿ ਇਹ ਸਿਰਫ ਤੰਦਾਂ ਪੰਜਾਬ ਦੇ ਨਾਲ ਨਹੀਂ ਜੁੜਦੀਆਂ, ਭਾਰਤ ਦੇ ਨਾਲ ਜੁੜਦੀਆਂ ਨੇ, ਸੋ ਇਹ ਮਾਮਲਾ ਵੱਡੇ ਤੌਰ ਤੇ 6000 ਕਰੋੜ ਦਾ ਜੋ ਡਰੱਗ ਰੈਕਟ ਮਾਮਲਾ ਹੈ ਸਿਰਫ ਪੰਜਾਬ ਦੇ ਨਾਲ ਹੀ ਸਗੋਂ ਸਾਰੇ ਭਾਰਤ ਨੂੰ ਅਤੇ ਇਸ ਤੋਂ ਇਲਾਵਾ ਜਿਹੜੇ ਵਿਦੇਸ਼ ਨੇ ਉਹਨਾਂ ਨੂੰ ਵੀ ਪ੍ਰਭਾਵਿਤ ਕਰਦਾ। ਸੋ ਇਹ ਲਿੰਕ ਕਿਸ ਤਰ੍ਹਾਂ ਨੇ, ਉਹ ਕੀ ਕੁਝ ਪਤਾ ਲੱਗਿਆ ਜੋ ਅੱਜ ਦੀ ਕਾਰਵਾਈ ਜਾਂ ਉਸ ਤੋਂ ਪਹਿਲਾਂ ਜੋ ਗੱਲਬਾਤ ਹੋਈ ਹੈ ਵਕੀਲਾਂ ਦੇ ਨਾਲ, ਉਸ ਬਾਰੇ ਕੀ ਜਾਣਕਾਰੀ, ਕਿਸ ਤਰ੍ਹਾਂ ਇਹ ਭਾਰਤ ਦੇ ਨਾਲ ਕਿਵੇਂ ਜੁੜਦਾ ਹੈ? ਬਿਲਕੁਲ ਤੁਸੀਂ ਠੀਕ ਕਿਹਾ ਹੈਗਾ ਕਿ ਭਾਰਤ ਦੇ ਨਾਲ ਹੀ ਨਹੀਂ ਬਲਕਿ ਆਊਟ ਆਫ ਇੰਡੀਆ ਵੀ, ਜੇ ਅਸੀਂ ਫੋਰਨ ਲੈਂਡ ਦੀ ਗੱਲ ਕਰੀਏ ਤਾਂ ਕੈਨੇਡਾ ਦਾ ਵੀ ਜ਼ਿਕਰ ਹੋ ਰਿਹਾ, ਕਿਉਂਕਿ ਬਹੁਤ ਸਾਰੇ ਉੱਥੋਂ ਦੇ ਜਿਹੜੇ ਲਿੰਕ ਵਿੱਚ ਸੀਗੇ, ਜਗਦੀਸ਼ ਭੋਲਾ ਦੇ ਲਿੰਕ ਵਿੱਚ ਸੀਗੇ, ਜਗਜੀਤ ਚਾਹਲ ਦੇ ਲਿੰਕ ਦੇ ਵਿੱਚ ਸੀਗੇ, ਮਨਜਿੰਦਰ ਸਿੰਘ ਔਲਖ ਦੇ ਲਿੰਕ ਦੇ ਵਿੱਚ ਬਹੁਤ ਸਾਰੇ ਜਿਹੜੇ ਲੋਕ ਨੇ ਇਸ ਮਾਮਲੇ ਦੇ ਵਿੱਚ ਲਿਪਤ ਨੇ, ਉਹਨਾਂ ਨੂੰ ਪਹਿਲਾਂ ਹੀ ਪੁਆਇੰਟ ਆਊਟ ਕੀਤਾ ਹੋਇਆ ਹੈਗਾ ਸੈਂਟਰ ਗਵਰਨਮੈਂਟ ਐਨਫੋਰਸਮੈਂਟ ਡਾਇਰੈਕਟੋਰੇਟ ਨੇ। ਤਾਂ ਹੀ ਜਿਵੇਂ ਇੱਕ ਹੋਰ ਇੱਥੇ ਜ਼ਿਕਰ ਕਰਦੇ ਹਾਂ ਤਾਂ ਹੀ ਸਤਿਆਪਾਲ ਜੈਨ ਨੇ ਜਿਹੜੇ ਸੋਲੀਸਿਟਰ ਜਨਰਲ ਨੇ, ਐਡੀਸ਼ਨਲ ਸੋਲੀਸਿਟਰ ਜਨਰਲ, ਜਿਹੜੀ ਕਿ ਰਿਪੋਰਟ, ਕਿਉਂਕਿ ਅੱਜ ਦੀ ਜੇ 22 ਦੀ ਗੱਲ ਕਰੀਏ ਤਾਂ ਪਹਿਲਾਂ ਹੀ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੇ ਨੋਟਿਸ ਜਾਰੀ ਕਰ ਦਿੱਤਾ ਹੈਗਾ, ਪੰਜਾਬ ਗਵਰਨਮੈਂਟ ਨੂੰ ਵੀ ਇਹ ਨੋਟਿਸ ਜਾਰੀ ਹੋ ਗਿਆ ਹੈਗਾ ਔਰ ਸੈਂਟਰ ਗਵਰਨਮੈਂਟ ਨੂੰ ਵੀ ਜਾਰੀ ਹੋ ਗਿਆ ਕਿ ਜਿਸ ਰਿਪੋਰਟ ਦੀ ਮੰਗ ਕੀਤੀ ਜਾ ਰਹੀ ਹੈਗੀ, ਜਿਸ STF ਰਿਪੋਰਟ ਦੀ ਮੰਗ ਕੀਤੀ ਜਾ ਰਹੀ ਹੈ ਕਿ ਜਨਤਕ ਕੀਤਾ ਜਾਵੇ, ਜਾਂ ਜਿਸ SIT ਰਿਪੋਰਟ ਦੀ ਮੰਗ ਕੀਤੀ ਜਾ ਰਹੀ ਹੈ ਕਿ ਉਹ ਜਨਤਕ ਹੋਣੀ ਚਾਹੀਦੀ ਹੈ, ਕਿ ਤੁਹਾਡਾ ਇਹਦੇ ਉੱਤੇ ਕੀ ਓਪੀਨੀਅਨ ਹੈਗਾ। ਤਾਂ ਹੀ ਇਸ ਰਿਪੋਰਟ ਨੂੰ ਵੀ ਇਹ ਵੀ ਕਿਹਾ ਜਾਂਦਾ ਹੈਗਾ ਓਪੀਨੀਅਨ ਕਮ ਸਟੇਟਸ ਰਿਪੋਰਟ, ਕਿਉਂਕਿ ਪਹਿਲਾਂ ਵੀ ਜਦੋਂ ਦੱਸਦੀ ਕਿ ਜਦੋਂ STF ਨੇ ਆਪਣੀ ਜਦੋਂ ਕਾਰਵਾਈ ਕੰਪਲੀਟ ਕੀਤੀ ਤਾਂ ਇਹ ਜਿਹੜੀ ਰਿਪੋਰਟ ਸੀਗੀ ਪੰਜਾਬ ਗਵਰਨਮੈਂਟ ਕੋਲ ਗਈ ਔਰ ਪੰਜਾਬ ਗਵਰਨਮੈਂਟ ਨੇ ਫਿਰ ਆਪਣਾ ਜਿਹੜਾ ਓਪੀਨੀਅਨ ਸੀਗਾ ਉਹ ਦੇਣਾ ਸੀਗਾ। ਤਾਂ ਇਹ ਜਿਹੜੀ ਰਿਪੋਰਟ, ਇਹ ਗੱਲ ਦੱਸ ਰਹੇ ਹੋ ਕਿਉਂਕਿ ਇਸ ਤੋਂ ਪਹਿਲਾਂ ਇਹੀ ਕਿਆਸੀਆਂ ਲੱਗ ਰਹੀਆਂ ਨੇ ਕਿ ਅੱਜ STF ਦੀ ਰਿਪੋਰਟ ਖੋਲ ਦਿੱਤੀ ਜਾਵੇਗੀ, ਸਿਆਸੀ ਆਗੂਆਂ ਦੇ ਨਾਮ ਨਸ਼ਰ ਹੋ ਜਾਣਗੇ, ਸਿਆਸਤ ਦੇ ਵਿੱਚ ਹਲਚਲ ਮਚੇਗੀ। ਤਾਂ ਹੁਣ ਜੋ ਤੁਸੀਂ ਜਾਣਕਾਰੀ ਦਿੱਤੀ ਕਿ ਪੰਜਾਬ ਸਰਕਾਰ ਤੋਂ ਉਹਨਾਂ ਦਾ ਓਪੀਨੀਅਨ ਮੰਗਿਆ ਗਿਆ, ਨਹੀਂ ਪੰਜਾਬ ਸਰਕਾਰ ਤੋਂ ਓਪੀਨੀਅਨ ਮੰਗਿਆ ਗਿਆ, ਹੁਣ ਵੀ ਓਪੀਨੀਅਨ ਮੰਗਿਆ ਗਿਆ, ਹੁਣ ਵੀ ਨੋਟਿਸ ਜਾਰੀ ਹੋਇਆ ਕਿ ਖੋਲਣਾ ਚਾਹੀਦਾ ਨਹੀਂ ਖੋਲਣਾ। ਤੇ ਜਦੋਂ ਪਹਿਲਾਂ ਦੀ ਅਸੀਂ ਗੱਲ ਕਰੀਏ, ਜਦੋਂ ਰਿਪੋਰਟ ਕੰਪਲੀਟ ਹੋਈ ਸੀ, ਜਦੋਂ ਹਰਪ੍ਰੀਤ ਸਿੰਘ ਸਿੱਧੂ ਨੇ ਆਪਣੀ ਰਿਪੋਰਟ ਕੰਪਲੀਟ ਕੀਤੀ ਸੀਗੀ ਤਾਂ ਹਾਈ ਕੋਰਟ ਦੇ ਵਿੱਚ ਜਾਂਦੀ ਹੈ ਤੇ ਹਾਈ ਕੋਰਟ ਤੋਂ ਬਾਅਦ ਫਿਰ ਹੋਮ ਡਿਪਾਰਟਮੈਂਟ ਕੋਲ ਵੀ ਜਾਂਦੀ ਹੈਗੀ ਹੈ, ਉਹਨਾਂ ਦਾ ਓਪੀਨੀਅਨ ਮੰਗਿਆ ਜਾਂਦਾ ਹੈਗਾ, ਯਾਨੀ ਕਿ ਪੰਜਾਬ ਗਵਰਨਮੈਂਟ ਤੋਂ ਵੀ ਓਪੀਨੀਅਨ ਮੰਗਿਆ ਗਿਆ ਸੀਗਾ। ਤਾਂ ਹੁਣ ਜਿਹੜੀ ਬਹਿਸ ਚੱਲ ਰਹੀ ਹੈਗੀ ਹੈ ਕਿ ਉਹ ਜਿਹੜਾ ਬੰਦ ਲਿਫਾਫਾ ਹੈਗਾ ਇਸ ਰਿਪੋਰਟ ਦਾ, ਬੰਦ ਲਿਫਾਫਾ, ਉਹ ਬੰਦ ਲਿਫਾਫਾ ਕਦੋਂ ਖੁੱਲਦਾ ਹੈਗਾ। ਪਰ ਇਹ ਵੀ ਨਾਲ ਦੀ ਨਾਲ ਦੱਸ ਦਈਏ ਕਿ ਜਿਹੜੀ ਕਾਨੂੰਨੀ ਪ੍ਰਕਿਰਿਆ ਹੁੰਦੀ ਆ ਉਹ ਕਿਸੇ ਦੇ ਅੰਡਰ ਨਹੀਂ ਹੁੰਦੀ, ਉਹ ਕਿਸੇ ਦੇ ਦਬਾਅ ਦੇ ਹੇਠ ਕੰਮ ਕਰਦੀ ਹੁੰਦੀ। ਪੰਜਾਬ ਗਵਰਨਮੈਂਟ ਦਾ ਜੇ ਅਸੀਂ ਗੱਲ ਕਰ ਲਈਏ ਜਾਂ ਨਵਜੋਤ ਸਿੰਘ ਸਿੱਧੂ ਦੀ ਗੱਲ ਕਰ ਲਈਏ ਜਾਂ ਹੋਰ ਸਿਆਸੀ ਆਗੂਆਂ ਦੀ ਗੱਲ ਕਰ ਲਈਏ, ਇਹ ਚਰਚਾ ਦੇ ਵਿੱਚ ਜ਼ਰੂਰ ਹੈ, ਇਹ ਅਹਿਮ ਮੁੱਦਾ ਬਣਿਆ ਹੋਇਆ ਇਸ ਵੇਲੇ ਪੰਜਾਬ ਦਾ। ਪਰ ਜੇ ਅਸੀਂ ਕਾਨੂੰਨੀ ਪ੍ਰਕਿਰਿਆ ਦੀ ਗੱਲ ਕਰ ਲਈਏ ਤਾਂ ਜਿਹੜਾ ਉਹ ਪ੍ਰੋਸੀਜਰ ਹੈ ਉਹ ਇਸ ਤੋਂ ਬਿਲਕੁਲ ਨਿਰਪੱਖ ਹੁੰਦਾ ਹੈਗਾ। ਉਹਨਾਂ ਨੇ ਆਪਣੀ ਪੂਰੀ ਇੱਕ ਮਾਮਲੇ ਦੇ ਉੱਤੇ, ਕਿਉਂਕਿ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਆ ਕਿ 2013 ਦੇ ਵਿੱਚ ਇਹ ਮਾਮਲਾ ਸ਼ੁਰੂ ਹੋਇਆ ਸੀਗਾ ਔਰ ਕਈ ਵਾਰੀ ਜਿਹੜੇ ਬੈਂਚ ਦੇ ਜਿਹੜੇ ਜੱਜਸ ਨੇ ਉਹ ਵੀ ਚੇਂਜ ਹੋਏ ਹੈਗੇ ਆ। ਤਾਂ ਹੁਣ ਜਿਹੜੇ ਰੀਸੈਂਟਲੀ ਜਿਹੜੇ ਜੱਜ ਮੈਂ ਕਹਿਣਾ ਕਿ ਜਸਟਿਸ AG ਮਸੀਹ ਆਏ ਨੇ ਤੇ ਅਸ਼ੋਕ ਕੁਮਾਰ ਮਹਿਤਾ ਦੇ ਡਬਲ ਬੈਂਚ ਇਸ ਸਾਰੇ ਮਾਮਲੇ ਨੂੰ ਵੇਖ ਰਿਹਾ ਹੈਗਾ। ਤਾਂ ਇਸ ਮਾਮਲੇ ਨੂੰ ਸਮਝਣ ਦੇ ਲਈ ਤੁਸੀਂ ਇਸ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨਾ ਗੁੰਝਲਦਾਰ ਇਹ ਮਾਮਲਾ, ਕਿ ਉਹਨਾਂ ਨੇ ਵੀ ਆਪ ਕਿਹਾ ਕਿ ਸਾਨੂੰ ਇਹ ਵੇਰਵੇ ਦਿੱਤੇ ਜਾਣ ਕਿ ਹੁਣ ਤੱਕ ਇਸ ਕੇਸ ਦੇ ਵਿੱਚ, ਇਸ ਮਾਮਲੇ ਦੇ ਵਿੱਚ ਹੋਇਆ ਕੀ ਹੈਗਾ।
ਕਿਉਂਕਿ ਇਹ ਨਵਾਂ ਮਾਮਲਾ ਨਹੀਂ ਹੈਗਾ ਔਰ ਬਹੁਤ ਸਾਰੀਆਂ ਏਜੰਸੀਆਂ ਨੇ ਆਪਣੇ ਤੌਰ ਦੇ ਉੱਤੇ ਇਸ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਹੈਗੀ, ਜਿਵੇਂ ਪਹਿਲਾਂ ਜ਼ਿਕਰ ਕੀਤਾ ਹੈਗਾ। ਗੱਲ ਕੀਤੀ ਹੈ ਇਹ ਵੀ ਵੱਡੀ ਇੱਕ ਅਹਿਮ ਗੱਲ ਹੈ, ਕਿਉਂਕਿ ਇਹ ਸਿਆਸਤ ਦੇ ਤੌਰ ਤੇ ਜੋ ਟਵੀਟ ਕਰ ਦਿੱਤੇ ਜਾਂਦੇ ਨੇ ਉਸ ਤੋਂ ਆਮ ਲੋਕਾਂ ਨੂੰ ਇੰਜ ਲੱਗਦਾ ਹੈ ਕਿ ਹੁਣ ਨਸ਼ਰ ਹੋਵੇਗੀ ਰਿਪੋਰਟ, ਪਰ ਜੇਕਰ ਕਾਨੂੰਨੀ ਪ੍ਰਕਿਰਿਆ ਦੀ ਗੱਲ ਕਰੀਏ ਤਾਂ ਉਹ ਸਿਲਸਿਲੇਵਾਰ ਇਹ ਆਖਿਆ ਗਿਆ ਕਿ ਹਾਈ ਕੋਰਟ ਵੱਲੋਂ ਕਿ ਸਿਲਸਿਲੇਵਾਰ ਸਾਰੇ ਮਾਮਲੇ ਨੂੰ ਸਮਝਣਗੇ, ਸਾਈਨੋਪਸਿਸ ਮੰਗੇ ਗਏ ਨੇ ਉਹਨਾਂ ਵੱਲੋਂ। ਸੋ ਇਹ ਲੱਗ ਸਕਦਾ, ਇਹ ਆਪਾਂ ਕਹਿ ਸਕਦੇ ਹਾਂ ਕਿ ਦੇਰੀ ਲੱਗ ਸਕਦੀ ਹੈ, ਜਿਸ ਤਰ੍ਹਾਂ ਆਮ ਤੌਰ ਤੇ ਕਿਆਸਾਂ ਲਗਾਈਆਂ ਜਾ ਰਹੀਆਂ ਨੇ ਕਿ ਅੱਜ ਰਿਪੋਰਟ ਖੁੱਲ ਜਾਵੇਗੀ, ਨਸ਼ਰ ਹੋ ਜਾਵੇਗੀ। ਸੋ ਇਹ ਆਪਾਂ ਆਖ ਸਕਦੇ ਹਾਂ ਕਿ ਸਾਈਨੋਪਸਿਸ ਜਿਸ ਤਰ੍ਹਾਂ ਮੰਗੇ ਗਏ ਨੇ, ਸਿਲਸਿਲੇਵਾਰ ਕਾਨੂੰਨੀ ਪ੍ਰਕਿਰਿਆ ਨੂੰ ਕਰਨ ਦੀ ਗੱਲ ਆਖੀ ਗਈ ਹੈ। ਸੋ ਸਮਾਂ ਲੱਗ ਸਕਦਾ ਹੈ ਹਜੇ। ਦੇਖੋ ਇਹਦੇ ਵਿੱਚ ਤਾਂ ਹਲੇ ਕੁਝ ਨਹੀਂ ਕਹਿ ਸਕਦੇ ਅਸੀਂ ਕਿ ਸਮਾਂ ਲੱਗੇਗਾ ਹੋਰ ਨਹੀਂ ਲੱਗੇਗਾ, ਕਿਉਂਕਿ ਇਹ ਸਭ ਕੁਝ ਕੋਰਟ ਦੇ ਹੱਥ ਦੇ ਵਿੱਚ ਹੈਗਾ, ਜੱਜਿਸ ਦੇ ਹੱਥ ਦੇ ਵਿੱਚ ਹੈਗਾ। ਪਰ ਇਹ ਕਿਆਸ ਰਾਈਆਂ ਜ਼ਰੂਰ ਹੈ, ਉਮੀਦ ਜ਼ਰੂਰ ਜਤਾਈ ਜਾਂਦੀ ਹੈਗੀ ਆ, ਕਿਉਂਕਿ ਉਮੀਦ ਤੋਂ ਅਸੀਂ ਕਿਤੇ ਪਿੱਛੇ ਨਹੀਂ ਹਟ ਸਕਦੇ ਹੈਗੇ। ਕੁਝ ਵੀ ਹੋ ਸਕਦਾ ਹੈਗਾ, ਜਿੱਦਾਂ ਅਸੀਂ ਹਾਲ ਹੀ ਦੇ ਵਿੱਚ ਵੇਖਿਆ ਸੀਗਾ ਸਿਆਸਤ ਦੇ ਵਿੱਚ ਵੀ ਬਹੁਤ ਕੁਝ ਹੋਇਆ ਹੈਗਾ। ਹਾਂ ਇਹ ਜ਼ਰੂਰ ਹੈਗਾ ਕਿ ਜਿਹੜੀ ਮੱਦਾਂ ਨੇ ਇੱਕ ਮੱਦ ਦੇ ਉੱਤੇ ਇੱਕ ਐਕਸਪੈਕਟ ਦੇ ਉੱਤੇ ਅਦਾਲਤ ਨੂੰ, ਕੋਰਟ ਨੂੰ ਕੰਮ ਕਰਨਾ ਹੋਵੇਗਾ, ਤਾਂ ਇਹਦੇ ਵਿੱਚ ਦਾਅ ਪੇਚ ਬਹੁਤ ਹੈਗੇ ਆ। ਖੁਦ ਜੱਜਿਸ ਨੇ ਵੀ ਖੁਦ ਕਿਹਾ ਹੈਗਾ ਕਿ ਇਹਦੇ ਵਿੱਚ ਸਮਝਣ ਦੀ ਲੋੜ ਹੈਗੀ ਆ ਬਹੁਤ ਕੁਝ। ਤਾਂ ਅਸੀਂ ਇਹਦੇ ਬਾਰੇ ਕੁਝ ਵੀ ਨਹੀਂ ਕਹਿ ਸਕਦੇ ਕਿ ਕੀ ਹੋਵੇਗਾ ਜਾਂ ਕੀ ਨਹੀਂ ਹੋਵੇਗਾ। ਜ਼ਰੂਰ ਸੁਣਵਾਈ ਜ਼ਰੂਰ ਹੋ ਰਹੀ ਹੈਗੀ ਅੱਜ, ਔਰ ਅੱਜ ਜਦੋਂ AG ਆਏ, APS ਦਿਓਲ ਆਏ, ਜਦੋਂ ਐਂਟਰ ਕਰਨ ਲੱਗੇ ਤਾਂ ਉਹਨਾਂ ਤੋਂ ਵੀ ਅਸੀਂ ਪੁੱਛਿਆ ਜ਼ਰੂਰ ਸੀਗਾ ਕਿ ਕੀ ਉਮੀਦ ਲੱਗਦੀ ਹੈਗੀ ਹੈ, ਕੀ ਤਿਆਰੀ ਹੈਗੀ ਹੈ ਪੂਰੀ। ਤਾਂ ਉਹਨਾਂ ਨੇ ਵੀ ਕਿਹਾ ਸੀਗਾ ਕਿ ਹਾਂ ਅਸੀਂ ਪੂਰੇ ਤਿਆਰ ਹੈਗੇ ਹਾਂ ਇਸ ਨੂੰ ਲੈ ਕੇ। ਵੇਖਣ ਵਾਲੀ ਗੱਲ ਹੈ ਜੀ ਕਿ ਅੱਜ ਦੀ ਇਸ ਕਾਰਵਾਈ ਦੇ ਵਿੱਚ ਹੁੰਦਾ ਕੀ ਹੈਗਾ, ਕਿਉਂਕਿ ਅਸੀਂ ਪਿਛਲੇ, ਤੁਸੀਂ ਇਸ ਤੋਂ ਵੀ ਇੱਕ ਹੋਰ ਜ਼ਿਕਰ ਕਰਨੇ ਲਾਇਕ ਚੀਜ਼ ਹੈਗੀ ਹੈ। ਦੇਖੋ ਪਿਛਲਾ ਬੈਂਚ, ਇਹ ਜਿਹੜਾ ਹੁਣ ਰੀਸੈਂਟ ਬੈਂਚ 2 ਮੈਂਬਰੀ ਬੈਂਚ ਦੇਖ ਰਿਹਾ ਜੱਜਿਸ ਦਾ, ਇਸ ਨੂੰ ਇਹ ਹੁਣੇ ਰੀਸੈਂਟਲੀ ਲਗਾਇਆ ਗਿਆ ਹੈਗਾ। ਤੇ ਜਿਹੜਾ ਪਿਛਲਾ ਬੈਂਚ ਸੀਗਾ ਜਿਹਦੇ ਵਿੱਚ ਰਾਜੀਵ ਸ਼ਰਮਾ ਸੀਗਾ ਔਰ ਜਸਟਿਸ ਅਜੇ ਤਿਵਾਰੀ ਇਸ ਸਾਰੇ ਮਾਮਲੇ ਨੂੰ ਵੇਖ ਰਹੇ ਸੀਗੇ, ਤਾਂ 1 ਸਤੰਬਰ ਨੂੰ ਅਜੇ ਤਿਵਾਰੀ ਇਹ ਕਹਿ ਦਿੰਦੇ ਹੈਗੇ ਕਿ ਮੈਂ ਹੋਰ ਇਸ ਮਾਮਲੇ ਦੇ ਉੱਤੇ ਕੰਮ ਨਹੀਂ ਕਰ ਸਕਦਾ ਹੈਗਾ। ਤੋਂ ਇਹਦੇ ਵਿੱਚ ਕੀ ਰੀਜ਼ਨ ਹੈਗਾ ਇਹ ਤਾਂ ਉਹੀ ਦੱਸ ਸਕਦੇ ਹੈਗੇ ਆ ਕੀ ਹੋਇਆ। ਸੋ ਨਵਾਂ ਬੈਂਚ ਲਗਾਇਆ ਗਿਆ ਹੈਗਾ, ਨਵਾਂ ਬੈਂਚ ਨੂੰ ਸਮਝਣ ਦੇ ਵਿੱਚ, ਇਸ ਮਾਮਲੇ ਨੂੰ ਗੰਭੀਰਤਾ ਦੇ ਨਾਲ, ਕਿਉਂਕਿ ਇਹਨਾਂ ਨੇ ਵਿਚਾਰ ਕਰਨਾ ਹੈਗਾ, ਤਾਂ ਸਮਾਂ ਜ਼ਰੂਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੱਗਦਾ ਹੈਗਾ। ਹਾਲਾਂਕਿ ਜਿਹੜੇ ਵੇਰਵੇ ਮੰਗੇ ਗਏ ਸੀ, ਸਿਨੋਪਸਿਸ ਮੰਗੇ ਗਏ ਸੀ, ਉਹ ਸਾਰੇ ਪ੍ਰੋਵਾਈਡ ਕਰ ਦਿੱਤੇ ਗਏ ਆ। ਔਰ ਨਵਕਿਰਨ ਸਿੰਘ ਨੇ ਵੀ, ਜਦੋਂ ਮੀਡੀਆ ਨੇ ਕੱਲ ਵੀ ਗੱਲ ਕੀਤੀ ਉਹਨਾਂ ਦੇ ਨਾਲ, ਅਸੀਂ ਫੋਨ ਤੇ ਗੱਲ ਕੀਤੀ ਹੈਗੀ ਹੈ, ਤਾਂ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਦੱਸਿਆ ਸੀਗਾ ਕਿ 2 ਰਿਪੋਰਟਾਂ ਦਾ ਉਹ ਮੰਗ ਕਰ ਰਹੇ ਆ, ਇੰਤਜ਼ਾਰ ਕਰ ਰਹੇ ਆ, ਕਦੇ ਵੀ ਖੁੱਲ ਸਕਦੀ ਹੈ। ਅਸੀਂ ਉਹਨਾਂ ਨੂੰ ਕਿਹਾ ਕਿ ਜਿਸ ਤਰੀਕੇ ਨਾਲ ਕਾਰਵਾਈ ਚੱਲ ਰਹੀ ਹੈਗੀ ਕਿ ਲੱਗਦਾ ਕਿ ਇਹ ਰਿਪੋਰਟਾਂ ਖੁੱਲ ਜਾਣਗੀਆਂ ਕਿ ਨਹੀਂ ਖੁੱਲਣਗੀਆਂ, ਤਾਂ ਉਹਨਾਂ ਨੇ ਕਿਹਾ ਕਿ ਮੈਂ ਇਸੇ ਉਮੀਦ ਦੇ ਨਾਲ ਆਇਆ ਸੀ, ਅੱਜ ਵੀ ਇਸੇ ਉਮੀਦ ਦੇ ਨਾਲ ਆਇਆ ਸੀਗਾ ਕਿ ਰਿਪੋਰਟਾਂ ਖੁੱਲ ਜਾਣਗੀਆਂ। ਸੋ ਇਸ ਦੇ ਉੱਤੇ ਅਸੀਂ ਇਹ ਨਹੀਂ ਕਹਿ ਸਕਦੇ ਕਿ ਨਿਰਾਸ਼ਾ ਨਹੀਂ ਹੈਗੀ ਜਾਂ ਨਾ ਉਮੀਦ ਹੀ ਨਹੀਂ ਅਸੀਂ ਕਹਿ ਸਕਦੇ ਕਿ ਖੁੱਲਣਗੀਆਂ ਹੀ ਨਹੀਂ। ਇਹਦੇ ਬਾਰੇ ਹਲੇ ਕੋਈ ਕੁਝ ਨਹੀਂ ਦੱਸ ਸਕਦਾ, ਕਾਨੂੰਨੀ ਪ੍ਰਕਿਰਿਆ ਹੈਗੀ ਹੈ। ਹੋ ਸਕਦਾ ਹੈ ਕਿ ਅੱਜ ਰਿਪੋਰਟਾਂ ਖੋਲੀਆਂ ਵੀ ਜਾ ਸਕਦੀਆਂ ਨੇ ਜੀ। ਸੋ ਬਹੁਤ ਬਹੁਤ ਧੰਨਵਾਦ ਮਨਦੀਪ ਜੁੜਨ ਦੇ ਲਈ। ਸੋ ਜਿਸ ਤਰ੍ਹਾਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਕਿਆਸ ਰਾਈਆਂ ਜਾਂ ਉਮੀਦ ਲਗਾਈ ਜਾ ਰਹੀ ਕਿ ਅੱਜ ਰਿਪੋਰਟ ਨੂੰ ਖੋਲਿਆ ਜਾ ਸਕਦਾ ਹੈ, ਪਰ ਪੱਕੇ ਤੌਰ ਤੇ ਕੀ ਕਾਰਵਾਈ ਹੁੰਦੀ ਹੈ ਇਹ ਸਿਰਫ ਕਾਨੂੰਨੀ ਕਾਰਵਾਈ ਜਾਂਦੀ ਹੈ। ਅਦਾਲਤ ਦੇ ਵਿੱਚ ਜੋ ਬੈਂਚ ਹੈ ਉਹਨਾਂ ਦੀ ਕਾਰਵਾਈ ਤੋਂ ਬਾਅਦ ਹੀ ਸਪਸ਼ਟ ਹੋਵੇਗਾ। ਸੋ ਵੱਡੇ ਤੌਰ ਤੇ ਇਹ ਵੀ ਇੱਕ ਜਿਹੜੀ ਅਹਿਮ ਜਾਣਕਾਰੀ ਹੈ ਕਿ ਜੋ ਬੈਂਚ ਹੈ ਉਹ ਹੁਣੀ ਤਬਦੀਲ ਕੀਤਾ ਗਿਆ ਹੈ। ਸੋ ਬੈਂਚ ਵੀ ਹੁਣ ਸਾਈਨੋਪਸਿਸ ਉਹਨਾਂ ਦੁਆਰਾ ਮੰਗੇ ਗਏ ਨੇ ਕਿ ਤਰਤੀਬਵਾਰ ਉਹ ਇਸ ਮਾਮਲੇ ਦੀ ਜਾਂਚ ਕਰਨਗੇ, ਜਿਸ ਤੋਂ ਬਾਅਦ ਹੀ ਜਿਹੜੀ ਸੁਣਵਾਈ ਕੀਤੀ ਜਾਣੀ ਹੈ ਮਾਮਲੇ ਦੇ ਵਿੱਚ ਉਹ ਫੈਸਲਾ ਸੁਣਾਇਆ ਜਾਣਾ ਹੈ ਅਦਾਲਤ ਵੱਲੋਂ। ਸੋ ਜਿਸ ਤਰ੍ਹਾਂ ਦੀਆਂ ਕਿਆਸ ਰਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸੀਲਬੰਦ ਰਿਪੋਰਟ ਖੋਲੀ ਜਾਵੇਗੀ, ਉਸ ਦੇ ਉੱਪਰ ਹਜੇ ਵੀ ਵੱਡੇ ਤੌਰ ਤੇ ਸਵਾਲ ਬਣੇ ਹੋਏ ਨੇ, ਉਸ ਦੇ ਉੱਪਰ ਹਜੇ ਵੀ ਸਸਪੈਂਸ ਬਰਕਰਾਰ ਹੈ। ਸੋ ਕਾਰਵਾਈ ਕੀ ਹੁੰਦੀ ਹੈ, ਉਸ ਤੋਂ ਬਾਅਦ ਕਿਸ ਤਰ੍ਹਾਂ ਸਿਆਸੀ ਆਗੂਆਂ ਦੇ ਜੇਕਰ ਨਾਮ ਸਾਹਮਣੇ ਆਉਂਦੇ ਨੇ ਤਾਂ ਸਿਆਸਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਤਰਥੱਲੀ ਮੱਚਦੀ ਹੈ, ਇਹ ਵੀ ਬਹੁਤ ਜਿਹੜਾ ਅਹਿਮ ਦੇਖਣਯੋਗ ਪੱਖ ਰਹੇਗਾ। ਕਿਉਂਕਿ ਦੱਸਦੀ ਕਿ 2013 ਦੇ ਵਿੱਚ ਇਹ ਮਾਮਲਾ ਉਸ ਸਮੇਂ ਦੇ DGP ਸ਼ਸ਼ੀਕਾਂਤ ਵੱਲੋਂ ਉਠਾਇਆ ਗਿਆ ਸੀ, ਜਿਸ ਤੋਂ ਬਾਅਦ ਪੰਜਾਬ ਤੇ ਹਰਿਆਣਾ ਹਾਈ ਕੋਰਟ ਸੋ ਮੋਟੋ ਇਸ ਮਾਮਲੇ ਦੇ ਵਿੱਚ ਲੈਂਦਾ। ਸੋ ਇਸ ਤਰ੍ਹਾਂ ਦਾ ਇਹ ਮਾਮਲਾ ਹੈ ਜਿਸ ਦੇ ਵਿੱਚ ਲਗਾਤਾਰ ਹੁਣ ਕਾਰਵਾਈ ਹੁੰਦੀ ਹੈ, ਜਿਸ ਤੋਂ ਬਾਅਦ ਕਰੋਨਾ ਦੇ ਕਰਕੇ ਜਿਹੜੀ ਕਾਰਵਾਈ ਰੁਕਦੀ ਹੈ ਅਦਾਲਤ ਦੇ ਵਿੱਚ। ਉਸ ਤੋਂ ਬਾਅਦ ਨਵੰਬਰ ਦੇ ਵਿੱਚ ਇੱਕ ਤਰੀਕ ਦਿੱਤੀ ਗਈ ਸੀ, ਪਰ ਉਸ ਨੂੰ ਵੀ ਅੱਗੇ ਪਾ ਦਿੱਤਾ ਗਿਆ, ਜਿਸ ਤੋਂ ਬਾਅਦ 5 ਅਕਤੂਬਰ ਨੂੰ ਕਾਰਵਾਈ ਹੁੰਦੀ ਹੈ। ਉਸ ਤੋਂ ਬਾਅਦ ਬੀਤੇ ਦਿਨ ਤੇ ਅੱਜ ਹੁਣ ਅਦਾਲਤ ਦੇ ਵਿੱਚ ਕਾਰਵਾਈ ਹੋ ਰਹੀ ਹੈ, ਜਿਸ ਤੋਂ ਬਾਅਦ ਕੀ ਕੁਝ ਸਾਹਮਣੇ ਆਉਂਦਾ ਹੈ ਅਦਾਲਤੀ ਕਾਰਵਾਈ ਦੇ ਵਿੱਚੋਂ ਨਿਕਲ ਕੇ ਕੀ ਸਾਹਮਣੇ ਆਉਂਦਾ ਹੈ, ਕੀ ਸੀਲਬੰਦ ਰਿਪੋਰਟ ਅੱਜ ਖੋਲੀ ਜਾਂਦੀ ਹੈ, ਕੀ ਸਿਆਸੀ ਆਗੂਆਂ ਦੇ ਨਾਮ ਨਸ਼ਰ ਕੀਤੇ ਜਾਂਦੇ ਨੇ, ਵੱਡੇ ਤੌਰ ਤੇ ਹੀ ਸਵਾਲ ਨੇ। ਸੋ ਮੌਜੂਦਾ ਹਾਲਾਤ ਤੁਹਾਨੂੰ ਦੱਸ ਚੁੱਕੇ ਹਾਂ ਤੇ ਅੱਗੇ ਕੀ ਜਿਹੜੀ ਜਾਣਕਾਰੀ ਸਾਹਮਣੇ ਆਉਂਦੀ ਹੈ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੀ ਕਰਦੇ ਰਹਾਂਗੇ। ਫਿਲਹਾਲ ਲਈ ਦਿਓ ਇਜਾਜ਼ਤ। ਧੰਨਵਾਦ।